ਹੁਣੇ ਮੈਂ ਇੱਥੇ ਆਇਆ ਸੀਗਾ ਸ਼ਾਪ 'ਚ, ਟਰੱਕ ਲੈ ਕੇ ਆਇਆ ਵਾਲਾ। ਇਹ ਲੈ ਕੇ ਆਂਦਾ ਆ ਇੱਥੇ ਕਿਉਂਕਿ ਸਮਾਨ ਮੂਵ ਕਰਦੇ ਸੀਗੇ ਇੱਕ ਸ਼ਾਪ ਤੋਂ ਦੂਜੀ ਸ਼ਾਪ ਤੇ। ਹਾਂ ਜੀ ਮਿੱਤਰੋ, ਕੀ ਹਾਲ ਚਾਲ ਨੇ ਜੀ, ਵੈਲਕਮ ਬੈਕ। ਲਓ ਜੀ, ਲੈ ਕੇ ਆਏ ਤੁਹਾਡੇ ਸਾਰਿਆਂ ਦੇ ਲਈ ਇੱਕ ਹੋਰ ਵੀਡੀਓ। ਇਧਰੋਂ ਧੁੱਪ ਬੜੀ ਅਜੀਬ ਜੀ ਪੈਂਦੀ ਹੈ, ਕੈਮਰਾ ਆਪਾਂ ਥੋੜਾ ਜਿਹਾ ਇੱਥੇ ਰੱਖ ਲੈਂਦੇ ਆ। ਟਰੱਕਿੰਗ ਕਰਦੇ ਸੱਜਣੋਂ ਤੇ ਬੇਲੀਓ, ਜੇਕਰ ਤੁਸੀਂ ਟਰੱਕਿੰਗ ਕਰਨੀ ਆ, ਇੱਕ ਚੀਜ਼ ਜਿਹਦਾ ਤੁਹਾਨੂੰ ਲਗਭਗ 100% ਚਾਂਸ ਸੀ ਕਿ ਕਿਤੇ ਨਾ ਕਿਤੇ ਉਹਦਾ ਸਾਹਮਣਾ ਕਰਨਾ ਹੀ ਪੈਣਾ ਆ, ਉਹ ਹੈਗੀ ਹੈ ਕਿ DOT ਇਨਸਪੈਕਸ਼ਨ, ਡਾਟ ਇਨਸਪੈਕਸ਼ਨ। ਵੀਡੀਓ ਦੇ ਸਪਾਂਸਰ ਨੇ ਡਰਾਈਵਾਈਜ਼ ਇੱਕ ਟਰੱਕ ਬਾਈਪਾਸ ਕਰਨ ਦੇ ਲਈ ਬਣੀ ਐਪ ਆ। ਉਹਨਾਂ ਦੀਆਂ ਲਗਭਗ 1000 ਸਕੇਲਾਂ ਨੇ ਜਿਹੜੀਆਂ ਬਾਈਪਾਸ ਕੀਤੀਆਂ ਜਾ ਸਕਦੀਆਂ ਉਹਨਾਂ ਦੀ ਐਪ ਦੀ ਵਰਤੋਂ ਕਰਕੇ। ਜੇ ਤੁਸੀਂ ਉਹਨਾਂ ਦੀ ਐਪ ਡਾਊਨਲੋਡ ਕਰ ਲੈਂਦੇ ਹੋ, ਕਾਫੀ ਚਾਂਸਿਸ ਹੁੰਦੇ ਆ ਕਿ ਤੁਹਾਨੂੰ ਉਹ ਸਕੇਲ 'ਤੇ ਨਾ ਵੀ ਜਾਣਾ ਪਵੇ। ਕਦੀ ਕਦੀ ਉਹਦਾ ਬਾਈਪਾਸ ਦਾ ਆਪਸ਼ਨ ਮਿਲ ਜਾਂਦਾ ਵਾ। ਸਕੇਲ ਬਾਈਪਾਸ ਕਰਨ ਨੂੰ ਟਰਾਈ ਕਰਨ ਦੇ ਲਈ ਉਹਦੇ 30 ਦਿਨਾਂ ਦੇ ਫ੍ਰੀ ਟਰਾਇਲ ਦਾ ਲਿੰਕ ਜਿਹੜਾ ਵਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਵਾ। ਤੁਸੀਂ ਜਾ ਕੇ ਕਲਿੱਕ ਕਰਕੇ ਤੋਂ ਐਪ ਡਾਊਨਲੋਡ ਕਰਕੇ ਟਰਾਈ ਕਰਕੇ ਦੇਖ ਲਓ ਕਿ ਤੁਹਾਨੂੰ ਕਿਵੇਂ ਦੀ ਲੱਗਦੀ ਹੈ। ਬਹੁਤ ਬਹੁਤ ਧੰਨਵਾਦ ਹੈ ਡਰਾਈਵਾਈਜ਼ ਦਾ ਇਸ ਵੀਡੀਓ ਨੂੰ ਸਪਾਂਸਰ ਕਰਨ ਦੇ ਲਈ। ਇੱਕ ਡਾਟ ਇਨਸਪੈਕਸ਼ਨ ਹੁੰਦੀ ਕੀ ਆ? ਡਾਟ ਇਨਸਪੈਕਸ਼ਨ ਉਹ ਵਾਲੀ ਇਨਸਪੈਕਸ਼ਨ ਜਿਹੜੀ ਕਿ ਸਕੇਲਾਂ ਤੇ ਹੁੰਦੀ ਆ। ਜੋ ਟਰੱਕ ਸਕੇਲ ਤੇ ਜਾਂਦਾ ਆ, ਕਦੀ ਕੀ ਕਰਦੇ ਹੋ ਕੱਢ ਦਿੰਦੇ ਸਾਈਡ ਤੇ, ਕਿ ਆਇਆ ਮਿੱਤਰਾ ਚੈੱਕ ਕਰੀਏ ਤੇਰਾ ਟਰੱਕ ਠੀਕ ਠਾਕ ਆ। ਡਾਟ ਇਨਸਪੈਕਸ਼ਨ ਬਾਰੇ ਆਪਾਂ ਸਾਰਿਆਂ ਨੂੰ ਪਤਾ ਤਾਂ ਹੈਗਾ ਹੀ ਆ, ਕਾਫੀ ਵਾਰ ਤੁਸੀਂ ਸੁਣੀ ਹੋਣੀ ਗੱਲ, ਸਕੇਲ ਤੇ ਟਿਕਟ ਮਿਲ ਗਈ। ਕਿਉਂ ਮਿਲਦੀ ਹੈ ਟਿਕਟ? ਸਕੇਲ ਤੇ ਜਦੋਂ ਕੱਢ ਲੈਂਦੇ ਆ ਸਾਈਡ ਤੇ, ਜਦ ਕੋਈ ਕਮੀ ਦੇਖਦੀ ਟਰੱਕ ਦੇ ਵਿੱਚ, ਲੱਗਦਾ ਕੋਈ ਟਾਇਰ ਪੱਟ ਆਇਆ ਜਾਂ ਕੋਈ ਪ੍ਰੋਬਲਮ ਲੱਗਦੀ ਦੇਖਣ ਨੂੰ ਉੱਥੋਂ ਅਫਸਰ ਨੂੰ, ਜਾਂ ਉੱਦਾਂ ਰੈਂਡਮਲੀ ਸਿਲੈਕਟ ਕਰਕੇ ਤੇ ਕੱਢ ਦਿੰਦੇ, ਲਾਈਟ ਦਿੰਦੇ ਕਿ ਆ ਤੇਰੀ ਇਨਸਪੈਕਸ਼ਨ ਕਰਦੇ। ਇਨਸਪੈਕਸ਼ਨ ਇਹ ਕਈ ਕਾਰਨਾਂ ਕਰਕੇ ਕਰਦੇ ਆ। ਇੱਕ ਕਾਰਨ ਤਾਂ ਇਨਸਪੈਕਸ਼ਨ ਕਰਨ ਦਾ ਹੈਗਾ ਵਾ ਕਿ ਸੜਕਾਂ ਜਿਹੜੀਆਂ ਨੇ ਸੇਫ ਰਹਿਣ, ਰਾਈਟ। ਰੈਗੂਲੇਸ਼ਨਾਂ ਤਾਂ ਬਣਦੀਆਂ ਨੇ ਕਿਉਂਕਿ ਸੇਫਟੀ ਜਿਹੜੀ ਰੋਡ ਦੀ ਜਿਹੜੀ ਸੇਫਟੀ ਆ ਉਹਨੂੰ ਮੇਨਟੇਨ ਕਰਨ ਦੇ ਲਈ ਟਰੱਕਾਂ ਜਿਹੜੀਆਂ ਇਨਸਪੈਕਸ਼ਨ ਰੈਗੂਲਰਲੀ ਹੁੰਦੀਆਂ ਰਹਿੰਦੀਆਂ ਨੇ। ਜੇਕਰ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਪ੍ਰੋਪਰਲੀ ਨਾ ਹੋਵੇ ਤਾਂ ਤੁਹਾਡੇ ਰਾਹ ਦੇ ਵਿੱਚ ਰੋੜਾ ਵੀ ਬਣ ਸਕਦੀ। ਇੱਕ DOT ਇਨਸਪੈਕਸ਼ਨ ਕਈ ਜਗ੍ਹਾ ਤੇ ਉਹਨਾਂ ਦਾ ਕੋਟਾ ਹੁੰਦਾ ਜਿਹੜਾ ਉਹਨਾਂ ਨੇ ਮੀਟ ਕਰਨਾ ਹੁੰਦਾ, ਵੀ ਕੁਝ ਟਿਕਟਾਂ ਦੇਣੀਆਂ ਹੀ ਹੁੰਦੀਆਂ ਨੇ ਇਨਸਪੈਕਸ਼ਨ ਕਰਕੇ, ਤਾਂ ਕਰਕੇ ਉਸ ਚੀਜ਼ ਲਈ ਉਹ ਗਲਤੀਆਂ ਕੱਢਣ ਦੇ ਲਈ ਟਰੱਕ ਨੂੰ ਸਾਈਡ ਤੇ ਪੁੱਲ ਓਵਰ ਕਰਕੇ ਉਹਦੀ ਇਨਸਪੈਕਸ਼ਨ ਕਰ ਕਈ ਕਾਰਨ ਇਨਸਪੈਕਸ਼ਨ ਕਰਨ ਦੇ। ਇੱਕ ਡਾਟ ਇਨਸਪੈਕਸ਼ਨ ਕਿਹੜੇ ਤਰੀਕੇ ਨਾਲ ਹੈਂਡਲ ਕਰ ਸਕਦੇ ਆ ਵਧੀਆ ਤਰੀਕੇ ਨਾਲ, ਤੇ ਇਹ ਜਾਣਕਾਰੀ ਕਿਉਂ ਜ਼ਰੂਰੀ ਆ, ਇਹਦੇ ਬਾਰੇ ਆਪਾਂ ਕਰਦੇ ਹਾਂ ਗੱਲ ਅੱਜ। ਚਾਹੇ ਤੁਸੀਂ ਟਰੱਕ ਡਰਾਈਵਰ ਹੋ, ਚਾਹੇ ਤੁਸੀਂ ਇੱਕ ਓਨਰ ਆਪਰੇਟਰ ਹੋ, ਜਾਂ ਟਰੱਕ ਡਰਾਈਵਰ ਬਣਨ ਬਾਰੇ ਸੋਚ ਰਹੇ ਹੋ, ਇਹ ਜਾਣਕਾਰੀ ਤਾਂ ਜ਼ਰੂਰੀ ਹੈ ਕਿਉਂਕਿ ਤੁਹਾਡਾ ਇੱਕ ਤਾਂ ਰੈਕਡ ਸਾਫ਼ ਹੋਣਾ ਜ਼ਰੂਰੀ ਹੈ। ਤੁਹਾਡਾ ਐਬਸਟ੍ਰੈਕਟ ਜਿਹੜਾ ਉਹ ਕਲੀਨ ਰਵੇ, ਇਹ ਬਹੁਤ ਜ਼ਰੂਰੀ ਹੈ। ਕਲੀਨ ਤਾਂ ਰਹੂਗਾ ਜੇਕਰ ਘੱਟ ਤੋਂ ਘੱਟ ਟਿਕਟਾਂ ਹੋਣਗੀਆਂ। ਜੇ ਸਕੇਲ ਤੇ ਟਿਕਟਾਂ ਮਿਲ ਗਈਆਂ ਬਹੁਤ ਜ਼ਿਆਦਾ ਹੋ ਗਈਆਂ ਤੇ ਉਹ ਐਬਸਟ੍ਰੈਕਟ ਦਿਖਦੀਆਂ ਨੇ। ਦੂਜਾ ਕਾਰਨ ਹੈ ਕਿ ਜਿਹੜੇ ਟਿਕਟਾਂ ਮਿਲਦੀਆਂ ਉਹਦੇ ਫਾਈਨ ਵੀ ਕਾਫੀ ਭਾਰੇ ਹੁੰਦੇ ਆ, ਹੋ ਸਕਦੇ ਵੀ, ਕਿਉਂਕਿ ਉਹ ਉਹਦੇ ਆਫਿਸਰ ਤੇ ਡਿਪੈਂਡ ਕਰਦਾ। ਤੇ ਜਿਹੜੇ ਮੈਂ ਗੱਲਾਂ ਦੱਸਣ ਲੱਗਾ ਇਹਨਾਂ ਤੇ ਡਿਪੈਂਡ ਕਰਦਾ ਕਿ ਕਿੱਦਾਂ ਦੀ ਤੁਹਾਨੂੰ ਟਿਕਟ ਮਿਲ ਸਕਦੀ ਹੈ ਤੇ ਕਿੱਦਾਂ ਦਾ ਤੁਹਾਡਾ ਬਚਾਅ ਹੋ ਸਕਦਾ, ਤੇ ਵੱਧ ਤੋਂ ਵੱਧ ਬਚਾਅ ਕਰਨਾ ਕਿਵੇਂ ਆ ਜਦੋਂ ਇਨਸਪੈਕਸ਼ਨ ਹੋਣ ਲੱਗ ਪਈ, ਉਹਦੇ ਬਾਰੇ ਆਪਾਂ ਗੱਲ ਕਰਨ ਲੱਗੇ ਤੁਹਾਨੂੰ ਦੱਸ। ਜੇਕਰ ਆਪਾਂ DOT ਨੂੰ ਦੁਖੀ ਕਰਤਾ ਤੇ ਉਹਨੇ ਟਿਕਟ ਜਿਹੜੀ ਥੋੜੀ ਹੋਰ ਭਾਰੀ ਵੀ ਦੇ ਸਕਦਾ, ਜਿਹੜੀ ਨਹੀਂ ਵੀ ਸੀ ਮਿਲਣੀ ਸ਼ਾਇਦ ਉਹ ਤਾਂ ਦੇ ਵੀ ਸਕਦਾ ਕੋਈ ਨਾ ਕੋਈ, ਕਿਉਂਕਿ ਉਹਨਾਂ ਦੇ ਹੱਥ 'ਚ ਹੁੰਦਾ ਨਾ। ਚਾਹੇ ਤੁਹਾਡੀ ਕੋਈ ਗਲਤੀ ਬਰੀਕੀ ਤੇ ਵੀ ਤੁਹਾਨੂੰ ਟਿਕਟ ਦੇ ਦੇਣ, ਪਰ ਜੇਕਰ ਉਹਨਾਂ ਦਾ ਮੂਡ ਵਧੀਆ ਹੋਵੇ ਫਿਰ ਹੋ ਸਕਦਾ ਤੁਹਾਡੀ ਵੱਡੀ ਗਲਤੀ ਉਹ ਮਾਫ ਕਰ ਦੇਣ ਜਾਂ ਵਾਰਨਿੰਗ ਦੇ ਕੇ ਛੱਡ ਦੇਣ। ਤਾਂ ਆਪਾਂ ਚਾਹੁੰਦੇ ਹਾਂ ਕਿ ਘੱਟ ਤੋਂ ਘੱਟ ਟਿਕਟਾਂ ਸਾਡੇ ਰੈਕਡ ਤੇ ਚੜ੍ਹਨ ਤੇ ਘੱਟ ਤੋਂ ਘੱਟ ਫਾਈਨ ਸਾਨੂੰ ਪਵੇ। ਇਸ ਕਾਰਨ ਕਰਕੇ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਦਿਓ। ਇਨਸਪੈਕਸ਼ਨ ਕਰਦੇ ਆ ਆਫਿਸਰ ਕੁਛ ਚੀਜ਼ਾਂ ਨੇ ਜਿਹੜੀਆਂ ਉਹ ਦੇਖਦੇ ਨੇ, ਜਿਹਨਾਂ ਦੀ ਉਹ ਪ੍ਰਾਇਓਰਿਟੀ ਹੁੰਦੀ ਆ, ਜਿਹੜੀਆਂ ਉਹ ਮੇਕ ਸ਼ੋਰ ਕਰਨੀਆਂ ਚਾਹੁੰਦੇ ਨੇ ਕਿ ਟਰੱਕ ਡਰਾਈਵਰ ਕੋਲ ਹੈਗੀਆਂ। ਉਹਦੇ ਚ ਆ ਜਾਂਦੀਆਂ ਤੁਹਾਡਾ ਪਹਿਲਾਂ ਲੌਗਬੁੱਕ ਤੁਹਾਨੂੰ ਦੇਖਣੀ ਕਿ ਲੌਗਬੁੱਕ ਸਹੀ ਹੈ। ਲੌਗਬੁੱਕ ਦੇ ਜਿਹੜੇ ਆਵਰਸ ਆਫ ਸਰਵਿਸ ਨੇ ਕੀ ਉਹ ਸਹੀ ਨੇ, ਓਵਰ ਟਾਈਮ ਤਾਂ ਨਹੀਂ ਟਰੱਕ ਚਲਾ ਰਹੇ ਤੇ ਕੀ ਪ੍ਰੋਪਰਲੀ ਮੇਨਟੇਨ ਕਰ ਰਹੇ ਆਪਣੀ ਲੌਗਬੁੱਕ, ਇਹ ਚੀਜ਼ਾਂ ਦੇਖਦੇ ਨੇ। ਉਸ ਤੋਂ ਇਲਾਵਾ ਉਹ ਦੇਖਦੇ ਨੇ ਟਰੱਕ ਦੀ ਇਨਸਪੈਕਸ਼ਨ, ਕਿ ਟਰੱਕ ਦੀ ਇਨਸਪੈਕਸ਼ਨ ਹੋਈ ਪਈ ਹੈ। ਈਅਰਲੀ ਇਨਸਪੈਕਸ਼ਨ ਹੁੰਦੀ ਨਾ ਟਰੱਕ ਤੇ ਟ੍ਰੇਲਰ ਦੀ। ਟਰੱਕ ਕਿਸੇ ਦੀ ਵੀ ਸੇਫਟੀ ਦੇ ਵਿੱਚ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਕਾਮਨ, ਜਿਹੜੀਆਂ ਤਾਂ ਆਪਾਂ ਨੂੰ ਪਤਾ ਹੀ ਹੈ ਕਿਉਂਕਿ ਜਦੋਂ ਆਪਾਂ ਟਰੱਕ ਡਰਾਈਵਿੰਗ ਦਾ ਲਾਇਸੈਂਸ ਲੈਂਦੇ ਹਾਂ ਸਾਨੂੰ ਸੇਫਟੀ ਬਾਰੇ ਦੱਸਦੇ ਆ ਕਿ ਆਹ ਚੀਜ਼ਾਂ ਸੇਫਟੀ 'ਚ ਆਉਂਦੀਆਂ ਨੇ। ਚਲੋ ਇਹਦੀ ਆਪਾਂ ਇੱਕ ਸੈਪਰੇਟ ਵੀਡੀਓ ਵੀ ਬਣਾ ਦਾਂਗੇ ਜਿੱਥੇ ਆਪਾਂ ਡੀਟੇਲ 'ਚ ਗੱਲ ਕਰਾਂਗੇ ਕਿ ਸੇਫਟੀ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਰਫਲੀ ਤੁਹਾਨੂੰ ਪਤਾ ਹੀ ਕਿ ਟਰੱਕ ਦਾ ਐਕਸਟੀਰੀਅਰ ਆ, ਟਾਇਰ ਟੂਰ ਪੰਕਚਰ ਨਾ ਹੋਵੇ, ਕੋਈ ਵੈਲਿਡ ਸਟਿੱਕਰ ਹੋਣ ਲੱਗੇ, ਜਿਹੜੀ ਉਹ ਵਿੰਡਸ਼ੀਲਡ ਆ ਵਿੰਡਸ਼ੀਲਡ ਦੇ ਵਿੱਚ ਕੋਈ ਕ੍ਰੈਕ ਨਾ ਹੋਣ, ਹੈਡਲਾਈਟਾਂ ਜਿਹੜੀਆਂ ਚੱਲਦੀਆਂ ਹੋਣ, ਜਿਹੜੀ ਐਕਸਟਰਨਲੀ ਜੋ ਬਾਹਰੋਂ ਦਿਖਦਾ, ਬਾਹਰੋਂ ਜਿਹੜਾ ਟਰੱਕ ਆ ਉਹ ਦੇਖਣ ਦੀ ਹਾਲਤ ਦੀ ਸਹੀ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਜੇ ਤੁਸੀਂ ਟਰੱਕ ਦੇ ਹੇਠਾਂ ਵੜ ਜਾਂਦੇ, ਚਲੋ ਟਰੱਕ ਦੇ ਹੇਠਾਂ ਤਾਂ ਮੈਂ ਵੜ ਨਹੀਂ ਲੱਗਿਆ ਹੁਣ, ਪਰ ਮੈਂ ਤਾਂ ਦੱਸ ਦਿੰਦਾ ਜਿਹੜੀਆਂ ਇਹਦੀਆਂ ਪਾਈਪਾਂ ਹੁੰਦੀਆਂ ਹੋਜ਼ ਵਗੈਰਾ, ਕੋਈ ਕ੍ਰੈਕ ਨੇ ਜਾਂ ਲੀਕ ਨੇ, ਕਿਤੇ 에ਅਰ ਲੀਕ ਤਾਂ ਨਹੀਂ ਆ, ਕੋਈ ਲਿਕੁਇਡ ਲੀਕ ਤਾਂ ਨਹੀਂ ਆ, ਜਾਂ ਜਿਹੜਾ ਕੋਈ ਜੁਆਇੰਟ ਆ ਉਹ ਢਿੱਲਾ ਤਾਂ ਨਹੀਂ, ਕਿ ਉਹਨਾਂ ਨੇ ਹੇਠਾਂ ਹੀ ਵੜ ਕੇ ਚੈੱਕ ਕਰਦੀਆਂ ਸਾਰੀ ਚੀਜ਼ਾਂ। ਇਹਦੀ ਡੂੰਘਾਈ ਦੇ ਵਿੱਚ ਆਪਾਂ ਜਾਵਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ, ਕੱਲੀ ਚੀਜ਼ ਦੱਸ ਦਾਂਗੇ ਬਰੀਕੀ ਦੇ ਨਾਲ ਕਿ ਕੀ ਚੀਜ਼ ਜਿਹੜੀ ਮੇਕ ਸ਼ੋਰ ਕਰਨੀ ਹੁੰਦੀ ਹੈ। ਚਾਹੇ ਤੁਸੀਂ ਇੱਕ ਕੰਪਨੀ ਡਰਾਈਵਰ ਹੋ ਕਿ ਆਹ ਚੀਜ਼ਾਂ ਮੇਕ ਸ਼ੋਰ ਕਰ ਲਓ ਕਿ ਜਿਹਦਾ ਤੁਹਾਡੀਆਂ ਸਟੇਬਲ ਨੇ। ਉਸ ਤੋਂ ਇਲਾਵਾ ਤੁਹਾਡੀ ਡਾਕੂਮੈਂਟੇਸ਼ਨ, ਲੌਗਬੁੱਕ ਦੀ ਤਾਂ ਆਪਾਂ ਗੱਲ ਕੀਤੀ ਆਲਰੇਡੀ। ਟਰੱਕ ਦੀ ਰਜਿਸਟ੍ਰੇਸ਼ਨ, ਟਰੱਕ ਦੇ ਨਾਲ ਜਿਹੜੇ ਵੀ ਪਰਮਿਟ ਤੁਹਾਨੂੰ ਚਾਹੀਦੇ ਆ ਤੁਹਾਡੇ ਲੋਡ ਦੇ ਹਿਸਾਬ ਨਾਲ ਕਿ ਉਹ ਤੁਹਾਡੇ ਤੋਂ ਸਾਰੇ ਪਰਮਿਟ ਹੈਗੇ ਆ, ਉਹ ਚੀਜ਼ਾਂ ਉਹਨਾਂ ਨੇ ਚੈੱਕ ਕਰਨੀਆਂ ਨੇ। ਟਰੱਕ ਦੇ ਸੇਫਟੀ ਫਿਟਨੈਸ ਸਰਟੀਫਿਕੇਟ, ਟਰੱਕ ਦੀ ਇੰਸ਼ੋਰੈਂਸ, ਹੋਰ ਵੀ ਜਿੱਦਾਂ ਦੀ ਜਗ੍ਹਾ ਤੁਸੀਂ ਟਰੱਕ ਚਲਾ ਰਹੇ ਹੋ ਉੱਦਾਂ ਦੀ ਜਗ੍ਹਾ ਤੁਹਾਨੂੰ ਕਿੱਦਾਂ ਦੀ ਡਾਕੂਮੈਂਟੇਸ਼ਨ ਉੱਥੇ ਚਾਹੀਦੀ ਆ, ਉਹ ਸਾਰਾ ਕੁਝ ਇੱਕ ਇੰਸਪੈਕਟਰ ਨੇ ਚੈੱਕ ਕਰਨਾ ਹੈ। ਸੋ ਜਦੋਂ ਤੁਹਾਨੂੰ ਆਵਾਜ਼ ਮਾਰ ਲਈ ਉਹਨੇ, ਇੰਸਪੈਕਟਰ ਨੇ ਵਾੜ ਲਿਆ ਅੰਦਰ ਸਕੇਲ ਦੇ ਕਿ ਆ ਜਾ ਮਿੱਤਰਾ ਤੈਨੂੰ ਤੇਰੀ ਲੱਗੀ ਆਪਾਂ ਇੰਸਪੈਕਸ਼ਨ ਕਰਨ, ਫਿਰ ਤੁਸੀਂ ਕੀ ਕਰਨਾ ਐਜ਼ ਅ ਟਰੱਕ ਡਰਾਈਵਰ? ਜਿੱਦਾਂ ਉਹ ਤੁਹਾਨੂੰ ਕਹਿੰਦੇ ਆ ਜਿੱਥੇ ਪਾਰਕ ਕਰਨ ਨੂੰ ਟਰੱਕ ਨੂੰ, ਉੱਥੇ ਚੁੱਪ ਕਰਕੇ ਪਾਰਕ ਕਰ ਦਿਓ। ਉਹਨੇ ਤੁਹਾਨੂੰ ਆਪੇ ਆ ਕੇ ਤੁਹਾਨੂੰ ਗਾਈਡੈਂਸ ਦੱਸਣੀ ਹੈ। ਸੋ ਸਭ ਤੋਂ ਪਹਿਲਾਂ ਸਾਡੀ ਟੈਂਡੈਂਸੀ ਹੁੰਦੀ ਆ, ਕਿਉਂਕਿ ਆਪਾਂ ਇਨਸਾਨ ਆ, ਸਾਨੂੰ
ਤੁਹਾਨੂੰ ਡਰ ਲੱਗਣ ਲੱਗ ਪੈਂਦਾ ਕਿ ਯਾਰ ਹੁਣ ਇੰਸਪੈਕਸ਼ਨ ਹੋਣੀ, ਪਤਾ ਨਹੀਂ ਕੀ ਹੋ ਜਾਣਾ ਹਨਾ। ਜਦੋਂ ਪੁੱਲ ਓਵਰ ਕਰ ਲਿਆ ਵਾ, ਜੋ ਹੁਣ ਹੈਗਾ ਉਹ ਹੈਗਾ ਆ, ਉਹ ਆਪਾਂ ਬਦਲ ਨਹੀਂ ਸਕਦੇ ਹੁੰਦੇ ਉਸ ਮੂਵਮੈਂਟ ਦੇ ਵਿੱਚ। ਉਸ ਮੂਵਮੈਂਟ 'ਚ ਤੁਸੀਂ ਟਰੱਕ ਦੀ ਸੀਟ ਤੇ ਬੈਠੇ ਹੋ, ਤੁਸੀਂ ਜੇਕਰ ਫਟਾਫਟ ਕੁਝ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਨੇ ਦੇਖ ਲੈਣਾ, ਉਹਨਾਂ ਤੁਹਾਨੂੰ ਸ਼ਾਇਦ ਵੱਧ ਫਾਈਨ ਲਾ ਦੇ। ਸੋ ਇਸ ਤੋਂ ਵਧੀਆ ਸਭ ਤੋਂ ਇਹੋ ਹੀ ਹੈ ਕਿ ਜੇ ਕੋਈ ਗਲਤੀ ਵੀ ਆ, ਚੁੱਪ ਕਰਕੇ ਉੱਥੇ ਬੈਠੇ ਰਹੋ, ਦੱਸਣ ਦੀ ਵੀ ਲੋੜ, ਬਸ ਚੁੱਪ ਕਰਕੇ ਬੈਠੇ ਰਹੋ। ਜੇ ਲੱਭ ਲੈਣਗੇ ਤਾਂ ਠੀਕ ਹੈ, ਕੋਈ ਗੱਲ ਨਹੀਂ, ਪਰ ਉਹਨੂੰ ਲੁਕਾਉਣ ਦੀ ਜਾਂ ਹਫੜਾ ਦਫੜੀ ਕਰਨ ਦੀ ਕੋਸ਼ਿਸ਼ ਕਰੋਗੇ, ਸ਼ਾਇਦ ਤੁਸੀਂ ਉਹਨਾਂ ਦੇ ਸਾਹਮਣੇ ਪਹਿਲਾਂ ਹੀ ਫੜੇ ਜਾਓ, ਗਲਤੀ ਫੜੀ ਜਾਣ ਤੋਂ, ਉਹਨਾਂ ਦੇ ਫੜਨ ਤੋਂ ਪਹਿਲਾਂ ਹੀ। ਜਿੱਥੇ ਟਰੱਕ ਨੂੰ ਪਾਰ ਕਰਨ ਨੂੰ ਕਹਿੰਦੇ ਉੱਥੇ ਪਾਰ ਕਰ ਦਿਓ। ਉਹਨੇ ਇੰਸਪੈਕਟਰ ਨੇ ਆ ਕੇ ਤੁਹਾਨੂੰ ਕੁਝ ਸਵਾਲ ਪੁੱਛਣੇ ਨੇ, ਜਿਹੜੇ ਉਹ ਸਵਾਲ ਪੁੱਛਦਾ ਉਹਦੇ ਕਾਮ ਤਰੀਕੇ ਨਾਲ ਜਵਾਬ ਦੇ। ਜਿੰਨਾ ਕੋ ਸਵਾਲ ਪੁੱਛਦਾ ਆ ਉਹਨਾਂ ਕਿ ਉਹਦਾ ਜਵਾਬ ਦਿਓ, ਬਹੁਤਾ ਬੋਲਣ ਦੀ ਲੋੜ ਨਹੀਂ। ਬਹੁਤਾ ਬਹੁਤਾ ਬੋਲਦੇ ਉਹਨਾਂ ਨੂੰ ਨਰਵਸਨੈਸ ਦੇ ਵਿੱਚ ਦੱਸ ਦਿੰਦਾ ਕਿ ਇਹ ਬੰਦਾ ਸ਼ਾਇਦ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ। ਜੇ ਆਪਾਂ ਕਾਮ ਆ, ਆਪਾਂ ਸਥਿਰ ਆ, ਉਹਨਾਂ ਨੂੰ ਪਤਾ ਕਿ ਹਾਂ ਬੰਦਾ, ਇਹਨੂੰ ਪਤਾ ਹੀ ਹੋਊਗਾ ਕਿ ਸਹੀ ਚੱਲ ਰਿਹਾ, ਜਿਹੜਾ ਕਾਮ ਚੱਲ ਰਿਹਾ ਬੰਦਾ ਹੈ, ਥੋੜਾ ਠੰਡਾ ਸਤਰ ਕਾਮ। ਹੁਣ ਚਾਹੇ ਤੁਸੀਂ ਚਲਾਉਂਦੇ ਹੋ ਫਲੈਟ ਡੈਕ ਟ੍ਰੇਲਰ, ਚਾਹੇ ਦੂਜੀ ਆਪਣੀ ਡਰਾਈਵ ਵੈਨ ਜਾਂ ਰੀਫਰ ਜਾਂ ਕਿੱਦਾਂ ਦਾ ਵੀ ਆ, ਇੰਸਪੈਕਸ਼ਨ ਡਿਫਰੈਂਟ ਤਰ੍ਹਾਂ ਦੀ ਆ। ਫਲੈਟ ਡੈਕ ਦਾ ਸਿਰਫ ਇਹ ਡਿਫਰੈਂਸ ਫਰਕ ਹੋਣਾ ਆ ਕਿ ਫਲੈਟ ਡੈਕ ਤੇ ਥੋੜਾ ਲੋਡ ਜਿਹੜਾ ਉਹਦੀ ਸਿਕਿਉਰਮੈਂਟ ਦਾ ਧਿਆਨ ਰੱਖਣਾ ਉਹਨਾਂ ਨੂੰ ਜ਼ਿਆਦਾ। ਜਿਹੜੀਆਂ ਟਾਰਪਾਂ ਨੇ ਪ੍ਰੋਪਰ ਪਈਆਂ ਹੋਈਆਂ, ਜਿੱਦਾਂ ਟਾਰ ਪਈ ਹੈ ਉੱਤੇ ਕਿ ਟਾਰ ਪ੍ਰੋਪਰ ਐਵੇਂ ਉੱਡੀ ਤਾਂ ਨਹੀਂ ਫਿਰਦੀ। ਜਿਹੜੀਆਂ ਸਟਰੈਪਾਂ ਨੇ ਇਨਫ ਹੈਗੀਆਂ ਨੇ ਲੋਡ ਦੇ ਹਿਸਾਬ ਨਾਲ, ਪੂਰੀਆਂ ਸਟਰੈਪਾਂ ਹੈਗੀਆਂ ਨੇ, ਉਹਨਾਂ ਨੇ ਚੀਜ਼ਾਂ ਚੈੱਕ ਕਰਨੀਆਂ ਨੇ। ਜਿਸ ਹਿਸਾਬ ਨਾਲ ਕਹਿਣਗੇ ਉਸ ਹਿਸਾਬ ਨਾਲ ਬੰਦਾ ਸੁਣਦੇ। ਅਕਸਰ ਕੀ ਹੁੰਦਾ ਆ ਕਿ ਤੁਹਾਨੂੰ ਦੱਸ ਵੀ ਦਿੰਦੇ ਆ, ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਵਾਰੀ ਇਹ ਨੈਗੇਟਿਵ ਹੀ ਹੋਣੀ ਹੈ ਡਾਟ ਇੰਸਪੈਕਸ਼ਨ ਕੀ ਟਿਕਟ ਹੀ ਮਿਲਣੀ। ਹਾਂ ਕਦੀ ਕਦੀ ਉਹ ਤੁਹਾਨੂੰ ਦੱਸ ਵੀ ਦਿੰਦੇ ਆਪ ਕਿ ਤੇਰੀ ਆ ਗਲਤੀ ਆ, ਤੇ ਸ਼ਾਇਦ ਉਹ ਵਾਰਨਿੰਗ ਦੇ ਕੇ ਛੱਡ ਦੇਣ। ਕਿ ਜਿੱਦਾਂ ਹੁਣ ਮੈਂ ਆਪਣੇ ਉਦਾਹਰਨ ਤੇ ਦੱਸ ਦਿੰਦਾ ਕਿ ਮੈਨੂੰ ਪਤਾ ਨਹੀਂ ਕਿ ਸਟਰੈਪਾਂ ਦੇ ਜਿਹੜੇ ਉੱਤੇ ਲਿਖਿਆ ਹੁੰਦਾ ਵਾ ਕਿ ਸਟਰੈਪ ਦੀ ਕਿੰਨੀ ਕਪੈਸਿਟੀ ਆ। ਸਟਰੈਪ ਦੀ ਮੰਨ ਲਓ 5000 ਪਾਉਂਡ ਜਾਂ 5500 ਪਾਉਂਡ ਦੀ ਕਪੈਸਿਟੀ ਹੁੰਦੀ ਆ। ਉਹ ਕਪੈਸਿਟੀ ਜਿੱਥੇ ਲਿਖੀ ਆ ਉਹ ਵਾਲੀ ਸਾਈਡ ਬਾਹਰ ਨੂੰ ਹੋਣੀ ਚਾਹੀਦੀ ਹੈ। ਇਹ ਮੈਨੂੰ ਕੋਈ ਗੱਲ ਦਾ ਪਤਾ ਨਹੀਂ, ਇਹ ਮੈਨੂੰ ਇੱਕ ਡਾਟ ਅਫਸਰ ਨੇ ਦੱਸਿਆ ਸੀਗਾ। ਚਲੋ ਉਹਨਾਂ ਨੇ ਮੈਨੂੰ ਟਿਕਟ ਤਾਂ ਨਹੀਂ ਦਿੱਤੀ, ਪਰ ਉਹਨੇ ਮੈਨੂੰ ਠੀਕ ਕਰਵਾ ਕੇ ਸਾਰੀਆਂ ਫਿਰ ਛੱਡਿਆ ਸੀਗਾ ਕਿ ਇਹਨਾਂ ਸਾਰੀਆਂ ਨੂੰ ਜਿੱਥੇ ਲਿਖਿਆ ਵਾ ਕਿ ਸਟਰੈਪ ਦੀ ਕਪੈਸਿਟੀ ਕਿੰਨੀ ਆ, ਉਹ ਵਾਲਾ ਪਾਸਾ ਬਾਹਰ ਨੂੰ ਕਰਕੇ ਤੇ ਫਿਰ ਜਾ ਸਕਦਾ। ਪਰ ਮੈਂ ਕੀਤੀਆਂ ਸਾਰੀਆਂ ਦੋਰੇ ਸੈੱਟ ਕਰਕੇ ਤੇ ਫਿਰ ਮੈਂ ਨਿਕਲਿਆ ਸੀਗਾ ਉੱਥੋਂ। ਹੁਣ ਜਦੋਂ ਇੰਸਪੈਕਸ਼ਨ ਚੱਲ ਰਹੀ ਆ, ਉਦੋਂ ਇਸ ਗੱਲ ਨੂੰ ਦਿਮਾਗ 'ਚ ਰੱਖਣਾ ਜ਼ਰੂਰੀ ਹੈ ਕਿ ਉਹਦੇ ਨਾਲ ਜਦੋਂ ਉਹਨੇ ਗਲਤੀ ਕੋਈ ਕੱਢੀ ਆ, ਉਹਦੇ ਨਾਲ ਆਰਗਿਊ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉੱਥੇ ਉਹ ਕੇਅਰ ਨਹੀਂ ਕਰਦਾ ਕਿ ਉਹਨੂੰ, ਜੇਕਰ ਤੁਸੀਂ ਉਹਦਾ ਬੰਦਾ, ਉਹ ਵੀ ਇਨਸਾਨ ਹੈ ਨਾ, ਉਹਦਾ ਵੀ ਇੱਕ ਈਗੋ ਆ। ਜੇਕਰ ਤੁਸੀਂ ਉਹਨੂੰ ਕਹਿ ਨਹੀਂ ਤੂੰ ਗਲਤ ਆ ਮੈਂ ਸਹੀ ਆ, ਉਹਨੇ ਹੋਰ ਖਿੱਚਣਾ ਆ। ਸੋ ਨਾ ਉਹ ਤੁਹਾਡਾ ਫਰੈਂਡ ਬਣਨਾ ਚਾਹੁੰਦਾ ਆ, ਉਹਨੂੰ ਬਸ ਆਪਣੀ ਜੌਬ ਤੱਕ ਮਤਲਬ ਹੈ। ਜੇ ਕੋਈ ਕਹਿੰਦਾ ਕਿ ਆਹ ਤੇਰੀ ਇੱਥੇ ਗਲਤੀ ਹੈ, ਉਹਨੂੰ ਬੰਦਾ ਕਹਦੇ ਹਾਂਜੀ ਜੀ। ਜਿੱਥੇ ਜਿਹੜੀ ਤਾਂ ਓਬਵੀਅਸ ਗੱਲ ਹੈ ਉਹ ਬੰਦਾ ਪੁਆਇੰਟ ਆਊਟ ਕਰਦੇ ਨਹੀਂ ਜੀ ਆ ਇਦਾਂ ਨਹੀਂ ਇਦਾਂ ਸੀ। ਜਿੱਦਾਂ ਮੰਨ ਲਓ ਤੁਹਾਡੇ ਕਿਸੇ ਪਾਰਟ ਨੂੰ ਕੁਝ ਹੋਰ ਹੀ ਕਹੀ ਜਾਂਦਾ, ਜੇ ਪਤਾ ਪਾਣੀ ਵੀ ਲੱਗਾ ਮਾੜਾ ਤਾਂ ਕਹਿੰਦਾ ਲੀਕ ਹੈ, ਨਹੀਂ ਬੰਦਾ ਸਾਫ਼ ਕਹਿੰਦਾ ਨਹੀਂ ਜੀ ਲੀਕ ਨਹੀਂ ਆ। ਦੇਖੋ ਨਿਮਰਤਾ ਦੇ ਨਾਲ ਆਪਣੇ ਇੱਕ ਲੈਵਲ ਦਾ ਬੰਦਾ ਸਮਝ ਕੇ ਉਹਨਾਂ ਨਾਲ ਗੱਲ ਕਰੀਏ ਕਿ ਨਹੀਂ ਜੀ ਆ ਇਦਾਂ ਨਹੀਂ ਇਦਾਂ ਆ, ਪਤਾ ਲੱਗ ਜਾਏ ਅਗਲੇ ਨੂੰ। ਪੁਆਇੰਟ ਆਊਟ ਕਰਨ ਲੱਗ ਪਏ ਨਹੀਂ ਤੇਰੀ ਇੱਥੇ ਗਲਤੀ ਆ, ਤੇਰੀ ਇੱਥੇ ਗਲਤੀ ਆ, ਤੂੰ ਇਦਾਂ ਗਲਤ ਆ, ਤੂੰ ਆਹ ਚੀਜ਼ ਗਲਤ ਲਿਖੀ ਆ, ਫਿਰ ਉਹਨੇ ਹੋਰ ਗਲਤੀਆਂ ਲੱਭ ਲੈਣੀਆਂ ਉੱਤੇ, ਹੋਰ ਪਾਇਲ ਆਫ ਕਰਨੀ, ਉਹ ਪਾਉ ਚਾਹੁੰਦੇ ਨਹੀਂ। ਇਸ ਕਾਰਨ ਕਰਕੇ ਆਪਣੇ ਆਪ ਥੋੜੇ ਨੀਵੇਂ ਰਹਿਣਾ ਇਹ ਬਹੁਤ ਜ਼ਰੂਰੀ ਹੈ। ਜਦੋਂ ਡਾਟ ਆਫਿਸਰ ਜਿਹੜਾ ਵਾ ਇੰਸਪੈਕਸ਼ਨ ਕਰ ਰਿਹਾ ਤਾਂ ਉਹਨੇ ਕਿਹਾ ਬੈਠਣ ਨੂੰ ਟਰੱਕ ਦੇ ਵਿੱਚ, ਉੱਥੇ ਚੁੱਪ ਕਰਕੇ ਬੈਠਣਾ ਹੀ ਸਾਡੇ ਲਈ ਸਭ ਤੋਂ ਵਧੀਆ ਆ। ਆਪਾਂ ਜਾ ਕੇ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਇੰਸਪੈਕਸ਼ਨ ਦੇ ਵਿੱਚ ਆਪਣੇ ਬਚਾਅ ਕਰਨ ਦੇ ਲਈ, ਉਹ ਸ਼ਾਇਦ ਫਿਰ ਉਹ ਗੱਲ ਵੱਡੀ ਪ੍ਰੋਬਲਮ ਕ੍ਰੀਏਟ ਕਰ ਸਕਦੀ। ਉਹਦੇ ਵਿੱਚ ਜਾ ਕੇ ਕੋਈ ਬਚਾਅ ਕਰਨ ਦੀ ਕੋਸ਼ਿਸ਼ ਨਾ ਕਰਿਓ, ਉਲਟਾ ਆਪਣਾ ਬਚਾਅ ਕਰੋ, ਸ਼ਾਂਤ ਨਾਲ ਬੈਠੋ। ਜਿੰਨਾ ਕੁ ਸਵਾਲ ਪੁੱਛਦੇ ਆ ਉਹਨੇ ਦਾ ਜਵਾਬ ਦਿਓ, ਇਹ ਬਹੁਤ ਜ਼ਰੂਰੀ ਹੈ। ਜੇਕਰ ਕੋਈ ਟਿਕਟਾਂ ਮਿਲ ਗਈਆਂ ਨੇ ਤੇ ਉਹਨਾਂ ਟਿਕਟਾਂ ਨਾਲ ਤੁਸੀਂ ਐਗਰੀ ਨਹੀਂ ਕਰਦੇ, ਤੁਹਾਨੂੰ ਲੱਗਦਾ ਤੁਹਾਨੂੰ ਮਿਲਣੀਆਂ ਨਹੀਂ ਸੀ ਚਾਹੀਦੀਆਂ, ਫਿਰ ਉਹ ਗੱਲ ਉੱਥੇ ਉਹਨਾਂ ਲੜਨ ਦਾ ਫਾਇਦਾ ਨਹੀਂ। ਉਹਨੂੰ ਬਾਅਦ 'ਚ ਕੋਰਟ 'ਚ ਬੰਦਾ ਲੜ ਸਕਦਾ ਵਾ, ਉੱਥੇ ਜਾ ਕੇ ਤੇ ਉਹਨੂੰ ਸਮਝਾ ਸਕਦਾ ਇੱਦਾਂ ਸੀਗੀ, ਆਹ ਗੱਲ ਸੀਗੀ ਹੈ ਨਾ। ਆਪਣੇ ਕੋਲ ਫੋਟੋਆਂ ਹੋਣ, ਆਪਣੇ ਕੋਲ ਪ੍ਰੂਫ ਹੋਵੇ ਤਾਂ ਆਪਾਂ ਕਹਿ ਸਕਦੇ ਕਿ ਇੱਦਾਂ ਨਹੀਂ ਸੀ, ਇੱਦਾਂ ਸੀਗਾ। ਜੋ ਤੁਹਾਡਾ ਸੱਚ ਹੈ ਉਹ ਤੁਸੀਂ ਸਾਹਮਣੇ ਪੇਸ਼ ਕਰ ਸਕਦੇ ਹੋ। ਪਰ ਜੇਕਰ ਤੁਸੀਂ ਉੱਥੇ ਇੰਸਪੈਕਟਰ ਦੇ ਨਾਲ ਲੱਗ ਪਏ, ਫਿਰ ਉਹ ਗੱਲ ਉਹਨੇ ਹੋਰ ਟਿਕਟਾਂ ਉੱਤੇ ਪਾਇਲ ਆਨ ਕਰ ਦੇਣੀ, ਕਿਉਂਕਿ ਉਹਨਾਂ ਨੂੰ ਕੀ ਆ, ਉਹਨਾਂ ਦੇ ਕੋਰਟ ਰੇਟਾਂ 'ਤੇ ਵੀ ਆ ਜਾਣਾ ਆ, ਕਿਉਂਕਿ ਉਹਨਾਂ ਨੂੰ ਉਹ ਪੇਡ ਨੇ, ਉਹਨਾਂ ਦਾ ਟਾਈਮ ਪੇਡ ਆ। ਉਹਨਾਂ ਨੂੰ ਉਹ ਸਾਡੇ ਲਈ ਹੈਡੇਕ ਹੈ ਜਦੋਂ ਆਪਾਂ ਜਾਣਾ ਕੋਰਟ ਡੇਟ 'ਤੇ ਟਾਈਮ ਕੱਢ ਕੇ, ਉਹ ਸਾਡੇ ਲਈ, ਉਹਨਾਂ ਲਈ ਨਹੀਂ ਹੈਡੇਕ, ਉਹਨਾਂ ਦੀ ਉਹ ਡਿਊਟੀ ਦੇ ਵਿੱਚ ਹੀ ਆ ਜਾਂਦੀ। ਕਿਉਂਕਿ ਅਕਸਰ ਜਦੋਂ ਪਹਿਲਾਂ ਵੀ ਗੱਲ ਕੀਤੀ ਸੀ, ਉਹਨਾਂ ਕਈਆਂ ਵਾਰੀ ਉਹਨਾਂ ਦਾ ਕੋਟਾ ਹੀ ਮੀਟ ਕਰਨਾ ਹੁੰਦਾ ਵਾ। ਉਹਨਾਂ ਦਾ ਜਿਹੜਾ ਇੰਪਲੋਇਰ ਹੈ ਜਿਹਨਾਂ ਨੇ ਉਹਨਾਂ ਨੂੰ ਹਾਇਰ ਕੀਤਾ ਆ, ਉਹਨਾਂ ਨੇ ਕਿਹਾ ਹੁੰਦਾ ਉਹਨਾਂ ਨੂੰ ਕਿ ਤੁਸੀਂ ਇੰਨੀਆਂ ਟਿਕਟਾਂ ਦੇਣੀਆਂ ਨੇ, ਤੇ ਵੱਧ ਤੋਂ ਵੱਧ ਉਹਨੂੰ ਪੁਸ਼ ਕਦੀ ਕਰਦੇ ਆ ਧੱਕਾ, ਪਰ ਕਰ ਨਹੀਂ ਸਕਦੇ ਕਦੀ ਕੁਛ। ਜੇ ਗਲਤ ਹੋ ਜਾਂਦੀ ਹੈ ਪੁਆਇੰਟ ਆਊਟ ਨਾ ਕਰੋ, ਬਾਅਦ 'ਚ ਲੜ ਲਾਂਗੇ ਆਪਾਂ ਕੋਰਟ 'ਚ ਆ ਕੇ। ਉਹਦੇ ਇਲਾਵਾ ਯਾਰ ਮੈਂ ਇਹ ਮੰਨਦਾ ਕਿ ਜੇਕਰ ਟਿਕਟ ਮਿਲ ਵੀ ਜਾਂਦੀ ਆ ਤਾਂ ਉਹਨੂੰ ਬਹੁਤਾ ਦਿਲ 'ਤੇ ਲਾਉਣ ਦੀ ਲੋੜ ਨਹੀਂ। ਕਦੀ ਆਪਣੇ ਦੇ ਕੰਟਰੋਲ 'ਚ ਹੀ ਨਹੀਂ ਹੁੰਦਾ ਸਾਰਾ ਕੁਛ ਨਾ। ਆਪਾਂ ਕੋਸ਼ਿਸ਼ ਕਰਕੇ ਵੀ ਕਦੀ ਕੋਈ ਨਾ ਕੋਈ ਗਲਤੀ ਰਹਿ ਜਾਂਦੀ ਹੈ ਤੇ ਇੰਸਪੈਕਸ਼ਨ ਦੇ ਵਿੱਚ ਸਾਹਮਣੇ ਆ ਜਾਂਦੀ ਆ, ਤੇ ਉਸ ਕੇਸ ਦੇ ਵਿੱਚ ਫਿਰ ਆਪਣੇ ਦਿਲ 'ਤੇ ਬਹੁਤੀ ਲਾਉਣ ਦੀ ਲੋੜ ਨਹੀਂ। ਗੱਲ ਕੋਈ ਚੱਕਰ ਨਹੀਂ, ਪੈਸੇ ਹੁਣ ਜਿਹੜੇ ਭਰਨੇ ਪੈਣੇ ਉਹ ਤਾਂ ਭਰਨੇ ਪੈਣੇ ਆ। ਜੇ ਉਹਨੂੰ ਫਾਈਟ ਕੀਤਾ ਜਾ ਸਕਦਾ, ਘਟਾਇਆ ਜਾ ਸਕਦਾ, ਰਿਕੁਐਸਟ ਕਰਕੇ ਘਟਾ ਸਕਦੇ ਹਾਂ, ਉਹ ਅੱਗੇ ਚੱਲਦੇ ਆ। ਪਰ ਇੰਸਪੈਕਸ਼ਨ ਵੇਲੇ ਉਦੋਂ ਆਰਗਿਊ ਕਰਨ ਦੀ, ਉਦੋਂ ਘਬਰਾਉਣ ਦੀ ਲੋੜ ਨਹੀਂ ਹੈਗੀ। ਇਹ ਵੀ ਇੱਕ ਟਰੱਕ ਡਰਾਈਵਿੰਗ ਦਾ ਹਿੱਸਾ ਹੀ ਆ। ਟਰੱਕ ਡਰਾਈਵਿੰਗ ਦੇ ਵਿੱਚ ਪੈਸੇ ਵਧੀਆ ਨੇ, ਪਰ ਕੁਛ ਚੈਲੰਜਸ ਵੀ ਨੇ, ਇਹ ਉਹਨਾਂ ਚੈਲੰਜਸ ਦੇ ਵਿੱਚ ਇੱਕ ਹੈ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਿਆ ਹੋਊਗਾ। ਹੋਰ ਇੱਦਾਂ ਦੀਆਂ ਵੀਡੀਓਜ਼ ਮੈਂ ਪਾਉਂਦੇ ਰਹਿਣਾ ਵਾ, ਤੇ ਟਰੱਕਿੰਗ ਵਲੌਗਸ ਦੀ ਵੀ ਕਾਫੀ ਡਿਮਾਂਡ ਹੈ ਵੀਡੀਓ। ਟਰੱਕਿੰਗ ਵਲੌਗਸ ਵੀ ਬਣਾਉਣੀ ਹੈ ਮੈਂ, ਕੱਲ੍ਹ ਹੀ ਜਾਣਾ ਮੈਂ ਟਰੱਕਿੰਗ ਵਲੌਗ ਬਣਾਊਂਗਾ, ਤੇ ਹੋਪਫੁਲੀ ਟਰੱਕਿੰਗ ਵਲੌਗ ਬਣ ਜੂਗੀ ਸਾਡੀ। ਕਦੇ ਮੈਂ ਸ਼ੁਰੂ ਕਰ ਦਿੰਦਾ, ਫਿਰ ਕੰਮ 'ਚ ਬਿਜ਼ੀ ਹੋ ਜਾਂਦਾ, ਕਿਉਂਕਿ ਕੰਮ ਫਿਰ ਇੱਧਰ ਉੱਧਰ ਬੰਦਾ ਬਿਜ਼ੀ ਹੋ ਜਾਂਦਾ, ਫਿਰ ਉਹ ਕੰਮ ਵੱਲ ਧਿਆਨ ਜ਼ਿਆਦਾ ਹੁੰਦਾ, ਵੀਡੀਓ ਵੱਲ ਭੁੱਲ ਜਾਂਦਾ, ਫਿਰ ਅੱਧੀ ਕੁ ਬਣੀ ਹੁੰਦੀ ਉਹਨੂੰ ਪਾਉਣ ਨੂੰ ਜੀ ਨਹੀਂ ਕਰਦਾ, ਇੱਦਾਂ ਵੀ ਹੋ ਜਾਂਦਾ। ਸੋ ਤਾਂ ਕਰਕੇ ਟਰੱਕਿੰਗ ਵਲੌਗ ਮੇਰੇ ਤੋਂ ਉਨੀ ਬਣਦੀ ਨਹੀਂ। ਕੋਸ਼ਿਸ਼ ਮੈਂ ਕਰ ਰਿਹਾ ਕਿ ਟਰੱਕਿੰਗ ਵਲੌਗ ਵੀ ਬਣਾਵਾਂ ਨਾਲ ਦੀ ਨਾਲ। ਉਹਦੇ ਇਲਾਵਾ ਪ੍ਰਭਦੀਪ ਸਿੰਘ ਹੁਣਾਂ ਦੇ ਨਾਲ ਸੰਪਰਕ ਕਰਨ ਦੇ ਲਈ ਹੇਠਾਂ ਦਿੱਤੇ ਜਿਹੜਾ ਈਮੇਲ ਐਡਰੈਸ ਹੈ ਉੱਤੇ ਈਮੇਲ ਕਰ ਸਕਦੇ ਹੋ। ਵੈਬਸਾਈਟ 'ਤੇ ਜਾ ਕੇ ਦੇਖ ਲਓ, ਉੱਥੇ ਵੀ ਤੁਸੀਂ ਫਾਰਮ ਜਾਂ ਫਿਲ ਕਰਕੇ ਆਪਣੀ ਇਨਫੋਰਮੇਸ਼ਨ ਭੇਜ ਸਕਦੇ ਹੋ। ਜ਼ਰੂਰ ਭੇਜੋ, ਕੋਈ ਨਾ ਕੋਈ ਗੱਲਬਾਤ ਜ਼ਰੂਰ ਕਰੋ। ਤੇ ਜੇਕਰ ਟਰੱਕ ਡਰਾਈਵਿੰਗ ਦੀ ਜੌਬ ਕਰਨੀ ਚਾਹੁੰਦੇ ਹੋ,
ਉਹਦੇ ਲਈ ਵੀ ਕਿਤੇ ਨਾ ਕਿਤੇ ਆਪਸ਼ਨ ਜ਼ਰੂਰ ਹੋਊਗਾ। ਸੋ ਮੇਰੇ ਨਾਲ ਗੱਲ ਕਰ ਲਓ, ਮੈਨੂੰ ਪਤਾ ਹੋਵੇ ਕਿ ਫਲਾਣੇ ਬੰਦੇ ਟਰੱਕ ਡਰਾਈਵਿੰਗ ਜੋਬ ਲੱਭ ਰਹੇ ਨੇ, ਫਿਰ ਉਹ ਅਕੋਰਡਿੰਗਲੀ ਕਿਤੇ ਨਾ ਕਿਤੇ ਆਪਾਂ ਜੋਬ ਕਿਤੇ ਨਾ ਕਿਤੇ ਕੰਮ ਹੁੰਦਾ ਹੀ, ਕਿਤੇ ਨਾ ਕੋਈ ਲੋਡ ਮੂਵ ਅਰਾਊਂਡ ਕਰਨਾ ਹੀ ਹੁੰਦਾ। ਅੱਗੇ ਚੱਲਦੇ ਹਾਂ, ਕੰਮ ਜਿਹੜਾ ਥੋੜ੍ਹਾ ਠੋਸ ਜਿਹਾ ਕਰੀ ਜਾ ਰਿਹਾ ਤਾਂ ਕਿ ਜਿਹੜਾ ਟਰੱਕ ਡਰਾਈਵਰ ਉਹਦੀ ਵੀ ਲਾਈਫ ਵਧੀਆ ਹੋਵੇ। ਸਭ ਤੋਂ ਵੱਡਾ ਮੇਰਾ ਮੋਟਿਵ ਇਹੋ ਹੀ ਆ ਕਿ ਜਿਹੜਾ ਟਰੱਕ ਡਰਾਈਵਰ ਜਿਹੜਾ ਬੰਦਾ ਟਰੱਕ ਡਰਾਈਵਿੰਗ ਕਰਦਾ, ਮੈਂ ਵੀ ਟਰੱਕ ਡਰਾਈਵਰ ਹੀ ਹਾਂ, ਉਹਨਾਂ ਦੇ ਸਾਰੇ ਤੋਂ ਵਧੀਆ ਉਹਨਾਂ ਦੀ ਲਾਈਫ ਹੋਵੇ ਕਿਸੇ ਵੀ ਤਰੀਕੇ ਨਾਲ। ਜੇ ਆਪਾਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ ਇਨਫੋਰਮੇਸ਼ਨ ਦੇ ਰਾਹੀਂ, ਅਤੇ ਜੇ ਆਪਾਂ ਕੰਮ ਦੇ ਰਾਹੀਂ ਦੇ ਸਕਦੇ ਉਹਨਾਂ ਨੂੰ ਬੈਟਰ ਸਹੂਲਤਾਂ, ਅਤੇ ਆਪਾਂ ਕੰਮ ਦੇ ਰਾਹੀਂ ਉਹਨਾਂ ਨੂੰ ਬੈਟਰ ਸਹੂਲਤਾਂ। ਆਲਰਾਈਟ, ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ। ਟਾਟਾ, ਬਾਏ ਬਾਏ, ਸਤਿ ਸ਼੍ਰੀ ਅਕਾਲ।